आओ संगत जी सुनते हाँ भगत बिदर जी की साखी। राजन कौन तुम्हारे आवे, ऐसो भाओ बिदर को देखियो, ओह गरीब मोहे पावे। रहाओ हस्ती देख परम ते पूला, सिर भगवान न जानिया। तुमरो दूध बिदर को पानू, अमृत कर मैं मानिया। खीर समान साग में पाया, गुण गावत रहन बिहानी। कबीर को ठाकर नंद बिनोदी, जात न कहू की मानी। ਇਸ ਉਪਰੋਕਤ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਸ੍ਰੀ ਕ੍ਰਿਸ਼ਨ ਜੀ ਨਾਲ ਬਿਦਰ ਦੇ ਪਿਆਰ ਨੂੰ ਵਰਣਨ ਕੀਤਾ ਹੈ। ਪੂਰੀ ਕਥਾ ਇੱਕ ਮਨ ਹੋ ਕੇ ਸੁਣੋ ਜੀ। ਰਾਣੀ ਸਤਿਆਵੰਤੀ ਦੇ 2 ਪੁੱਤਰ ਸਨ, ਚਿਤਰਾਗਤ ਤੇ ਬਚਿੱਤਰ ਬੀਰਜ। ਚਿਤਰਾਗਤ ਤੇ ਬਚਿੱਤਰ ਬੀਰਜ ਦੋਵੇਂ ਹੀ ਮਰ ਗਏ ਅਤੇ ਇਹਨਾਂ ਦੇ ਔਲਾਦ ਕੋਈ ਨਹੀਂ ਸੀ। ਸਤਿਆਵੰਤੀ ਬਹੁਤ ਉਦਾਸ ਤੇ ਹੈਰਾਨ ਸੀ। ਉਸ ਦੀਆਂ ਦੋਵੇਂ ਨੂੰਹਾਂ ਅੰਬਾ ਤੇ ਅੰਬਕਾ ਰੰਡੀਆਂ ਹੋ ਗਈਆਂ, ਪਰ ਉਹਨਾਂ ਦਾ ਰੂਪ ਤੇ ਜੋਬਨ ਝੱਲਿਆ ਨਹੀਂ ਸੀ ਜਾਂਦਾ। ਸਤਿਆਵੰਤੀ ਦਾ ਇੱਕ ਤੀਸਰਾ ਪੁੱਤਰ ਸੀ ਬਿਆਸ। ਉਹ ਦੋਨਾਂ ਪੁੱਤਰਾਂ ਨਾਲੋਂ ਵੱਡਾ ਸੀ। ਸ਼ਕਲ ਸੂਰਤ ਵੱਲੋਂ ਕੋਈ ਬਹੁਤਾ ਸੋਹਣਾ ਨਹੀਂ ਸੀ। ਉਹਨੇ ਬਿਆਸ ਨੂੰ ਆਖਿਆ ਕਿ ਉਹ ਅੰਬ ਤੇ ਅੰਬਕਾ ਤੋਂ ਪੁੱਤਰ ਪੈਦਾ ਕਰੇ। ਉਸਨੇ ਇਸੇ ਤਰ੍ਹਾਂ ਕੀਤਾ। ਅੰਬ ਤੋਂ ਧ੍ਰਿਤਰਾਸ਼ਟਰ ਅਤੇ ਅੰਬਕਾ ਤੋਂ ਪਾਂਡੂ 2 ਪੁੱਤਰ ਪੈਦਾ ਹੋਏ। ਅੰਬਕਾ ਬਿਆਸ ਰਿਸ਼ੀ ਤੋਂ। ਬਿਆਸ ਰਿਸ਼ੀ ਦੀ ਸੂਰਤ ਤੋਂ ਘਿਰਣਾ ਕਰਦੀ ਸੀ। ਜਦ ਅੰਬਕਾ ਨੂੰ ਹੋਰ ਪੁੱਤਰ ਪੈਦਾ ਕਰਨ ਵਾਸਤੇ ਉਸ ਦੀ ਸੱਸ ਨੇ ਆਖਿਆ, ਅੰਬਕਾ ਨੇ ਚਲਾਕੀ ਖੇਡੀ। ਆਪ ਤਾਂ ਬਿਆਸ ਦੇ ਕੋਲ ਨਹੀਂ ਗਈ, ਸਗੋਂ ਇੱਕ ਦਾਸੀ ਨੂੰ ਭੇਜ ਦਿੱਤਾ। ਉਸ ਦਾਸੀ ਦੇ ਪੇਟੋਂ ਜੋ ਬੱਚਾ ਹੋਇਆ ਉਸ ਨੂੰ ਬਿਦਰ ਆਖਦੇ ਨੇ। ਇਹ ਦਾਸੀ ਪੁੱਤਰ ਨਾਮ ਨਾਲ ਵੀ ਪ੍ਰਸਿੱਧ ਹੈ। ਜੋ ਧ੍ਰਿਤਰਾਸ਼ਟਰ, ਪਾਂਡੋ ਤੇ ਬਿਦਰ ਤਿੰਨੇ ਭਾਈ ਸਨ। ਪਾਂਡੋ ਨੂੰ ਰਾਜ ਮਿਲਿਆ। ਇਹ ਤੀਰਥਾਂ ਦੀ ਯਾਤਰਾ ਕਰਨ ਗਿਆ, ਮਰ ਗਿਆ। ਇਸ ਦੇ ਪਿੱਛੋਂ ਰਾਜ ਬਿਦਰ ਨੂੰ ਮਿਲਣਾ ਸੀ, ਪਰ ਦਾਸੀ ਪੁੱਤਰ ਹੋਣ ਕਰਕੇ ਨਾ ਮਿਲਿਆ ਤੇ ਧ੍ਰਿਤਰਾਸ਼ਟਰ ਰਾਜ ਤਖਤ ਉੱਤੇ ਬੈਠਾ। ਪਾਂਡੋ ਦੇ 5 ਪੁੱਤਰ ਯੁਧਿਸ਼ਟਰ, ਅਰਜਨ, ਭੀਮ, ਨਕੂਲ, ਸਹਿਦੇਵ ਅਜੇ ਬਾਲਕ ਸਨ। ਧ੍ਰਿਤਰਾਸ਼ਟਰ ਦਾ ਪੁੱਤਰ ਦੁਰਯੋਧਨ ਸੀ, ਜੋ ਬੜਾ ਚਲਾਕ ਤੇ ਈਰਖਾ ਕਰਨ ਵਾਲਾ ਸੀ। ਬਿਦਰ ਨੂੰ ਰਾਜ ਮਿਲਣ ਦੀ ਝਾਕ ਨਹੀਂ ਸੀ। ਇਹ ਦਾਸੀ ਪੁੱਤਰ ਸੀ, ਪਰ ਇਹ ਧਰਮਾਤਮਾ ਬਹੁਤ ਵੱਡਾ ਸੀ। ਹਰੀ ਭਗਤ ਸੀ। ਇਸ ਦੀ ਪਤਨੀ ਪਰਮਾਤਮਾ ਦੀ ਪਿਆਰੀ ਸੀ। ਉਹ ਸ੍ਰੀ ਕ੍ਰਿਸ਼ਨ ਜੀ ਨੂੰ ਉਸ ਸਮੇਂ ਦਾ ਅਵਤਾਰ ਮੰਨਦੀ ਸੀ ਤੇ ਭਗਵਾਨ ਸਮਝਦੀ ਸੀ। ਜਿਸ ਕਥਾ ਦਾ ਸੰਬੰਧ ਗੁਰਮਤ ਨਾਲ ਹੈ ਉਹ ਇਹ ਹੈ ਕਿ ਬਿਦਰ ਜੀ ਰਾਜ ਮਹਿਲਾਂ ਤੋਂ ਦੂਰ ਕੱਖਾਂ ਦੇ ਮਕਾਨ ਵਿੱਚ ਰਹਿੰਦੇ ਸਨ। ਬਿਦਰ ਰਾਜ ਵੱਲੋਂ ਕੋਈ ਖਰਚ ਨਹੀਂ ਸੀ ਲੈਂਦੇ, ਕਿਉਂਕਿ ਰਾਜ ਦੀ ਕਮਾਈ ਨੂੰ ਉਹ ਪਾਪ ਦੀ ਕਮਾਈ ਸਮਝਦੇ ਸਨ। ਰਾਜ ਦਰਬਾਰ ਜਾਂਦੇ, ਆਪਣੇ ਛੋਟੇ ਭਰਾ ਨੂੰ ਕਈਆਂ ਰਾਜਸੀ ਕੰਮਾਂ ਵਿੱਚ ਸਲਾਹ ਵੀ ਦਿੰਦੇ, ਪਰ ਖਰਚ ਨਾ ਲੈਂਦੇ। 10 ਨਹੁੰਆਂ ਦੀ ਕਿਰਤ ਕਰਕੇ ਖਾਂਦੇ, ਇਸ ਕਰਕੇ ਗਰੀਬ ਸਨ। ਮਾਮੂਲੀ ਖੁਰਾਕ ਖਾਣੀ ਤੇ ਧਰਤੀ ਤੇ ਬਿਸਤਰਾ ਵਿਛਾ ਕੇ ਸੌਂ ਜਾਣਾ। ਇਸ ਗਰੀਬ ਜੋੜੇ ਨਾਲ ਸ੍ਰੀ ਕ੍ਰਿਸ਼ਨ ਜੀ ਬਹੁਤ ਪਿਆਰ ਕਰਦੇ ਸਨ। ਸ੍ਰੀ ਕ੍ਰਿਸ਼ਨ ਜੀ ਪਾਂਡਵਾਂ ਵੱਲੋਂ ਵਕੀਲ ਬਣ ਕੇ ਸਮਝੌਤਾ ਕਰਾਉਣ ਵਾਸਤੇ ਕੌਰਵਾਂ ਦੇ ਮੁਖੀ ਦੁਰਯੋਧਨ ਕੋਲ ਆਏ। ਸਾਰਾ ਦਿਨ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਪਰ ਗੱਲ ਕੋਈ ਸਿਰੇ ਨਾ ਚੜ੍ਹੀ। ਪਾਣੀ ਹੀ ਰਿੜਕਦੇ ਰਹੇ। ਅਗਲੇ ਦਿਨ ਤੇ ਫਿਰ ਵਿਚਾਰ ਸੁੱਟ ਦਿੱਤੀ। ਸ੍ਰੀ ਕ੍ਰਿਸ਼ਨ ਜੀ ਅੱਗੇ ਪ੍ਰਾਰਥਨਾ ਕੀਤੀ ਗਈ ਕਿ ਰਾਤ ਉਹ ਹਸਨਾਪੁਰ ਹੀ ਰਹਿਣ। ਸ੍ਰੀ ਕ੍ਰਿਸ਼ਨ ਜੀ ਨੇ ਰਾਤ ਰਹਿਣਾ ਤਾਂ ਪ੍ਰਵਾਨ ਕਰ ਲਿਆ, ਪਰ ਦੁਰਯੋਧਨ ਦਾ ਸ਼ਾਹੀ ਮਕਾਨ
ਮਹਿਮਾਨ ਬਣ ਕੇ ਨਹੀਂ। ਉਸ ਨੇ ਕਿਹਾ, ਰਾਤ ਮੈਂ ਜਿੱਥੇ ਜੀ ਕਰੇ ਰਹਾਂਗਾ। ਰਾਜ ਦਰਬਾਰ ਵੱਲੋਂ ਨਿਕਲੇ ਸ੍ਰੀ ਕ੍ਰਿਸ਼ਨ ਜੀ ਬਿਦਰ ਜੀ ਦੇ ਘਰ ਆਏ। ਘਰ ਦੇ ਬੂਹੇ ਅੱਗੇ ਜਾ ਕੇ ਆਵਾਜ਼ ਦਿੱਤੀ, ਭਗਤ ਬਿਦਰ ਜੀ। ਇਹ ਆਵਾਜ਼ ਬਿਦਰ ਦੀ ਇਸਤਰੀ ਨੇ ਸੁਣ ਲਈ। ਬਿਦਰ ਘਰ ਨਹੀਂ ਸੀ। ਜਦੋਂ ਬਿਦਰ ਦੀ ਪਤਨੀ ਨੇ ਆਵਾਜ਼ ਸੁਣੀ ਤੇ ਪਛਾਣੀ, ਉਦੋਂ ਉਹ ਤਨ ਉਦਾਲੇ ਤੇ ਬਸਤਰ ਉਤਾਰ ਕੇ ਇਸ਼ਨਾਨ ਕਰ ਰਹੀ ਸੀ। ਸ੍ਰੀ ਕ੍ਰਿਸ਼ਨ ਜੀ ਦੀ ਭਗਤਨੀ ਸੀ। ਭਗਵਾਨ ਦਾ ਬੋਲ ਸੁਣ ਕੇ ਉਸਨੂੰ ਐਸੀ ਖੁਸ਼ੀ ਚੜ੍ਹੀ ਕਿ ਤਨ ਦੀ ਸੁੱਧ ਨਾ ਰਹੀ। ਉਹ ਤਨ ਉਦਾਲੇ ਬਸਤਰ ਓੜੇ ਬਿਨਾਂ ਹੀ ਅਲਫ ਨੰਗੀ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਉੱਤੇ ਜਾ ਡਿੱਗੀ। ਅੰਤਰਜਾਮੀ ਸ੍ਰੀ ਕ੍ਰਿਸ਼ਨ ਜੀ ਨੇ ਜਦੋਂ ਦੇਖਿਆ ਕਿ ਉਹਦੇ ਉਦਾਲੇ ਬਸਤਰ ਨਹੀਂ, ਇਸ ਨੂੰ ਇਸ ਚੀਜ਼ ਦਾ ਅਨੁਭਵ ਨਹੀਂ, ਤਾਂ ਆਪਣਾ ਪਰਨਾ ਲਾਹ ਕੇ ਉਸ ਉੱਤੇ ਸੁੱਟ ਦਿੱਤਾ ਤੇ ਕਿਹਾ, ਧਰਮ ਮਾਤਾ ਬਸਤਰ ਓੜ ਲੈ। ਇੰਨਾ ਕਹਿਣ ਤੇ ਉਸ ਨੂੰ ਗਿਆਨ ਹੋਇਆ ਤੇ ਉਸ ਨੇ ਉਸ ਪਰਨੇ ਨੂੰ ਉਦਾਲੇ ਵੱਲ ਲਿਆ। ਬਿਦਰ ਜੀ ਬਾਹਰੋਂ ਆ ਗਏ। ਸ੍ਰੀ ਕ੍ਰਿਸ਼ਨ ਜੀ ਨੂੰ ਮਿਲ ਕੇ ਪ੍ਰਸੰਨ ਹੋਏ। ਬਚਨ ਵਿਲਾਸ ਕਰਨ ਲੱਗ ਪਏ। ਬਿਦਰ ਜੀ ਦੀ ਇਸਤਰੀ ਖੁਸ਼ੀ ਨਾਲ ਬੇਬਲ ਜਿਹੀ ਹੋਈ ਫਿਰਦੀ ਸੀ। ਉਸ ਕੋਲੋਂ ਕੋਈ ਘਰ ਦਾ ਕੰਮ ਨਹੀਂ ਸੀ ਹੁੰਦਾ। ਉਸ ਨੇ ਸਾਗ ਧਰਿਆ ਹੋਇਆ ਸੀ। ਆਪਣੇ ਵੱਲੋਂ ਸਾਗ ਵਿੱਚ ਲੂਣ ਪਾ ਬੈਠੀ, ਪਰ ਲੂਣ ਪਾਉਣ ਦਾ ਖਿਆਲ ਹੀ ਨਾ ਰਿਹਾ। ਸਾਗ ਰਿੱਝ ਗਿਆ। ਤੌੜੀ ਲਾ ਕੇ ਹੇਠਾਂ ਰੱਖ ਦਿੱਤੀ। ਰੋਟੀਆਂ ਪਕਾਈਆਂ। ਸ੍ਰੀ ਕ੍ਰਿਸ਼ਨ ਜੀ ਅੱਗੇ ਸਾਗ ਤੇ ਰੋਟੀਆਂ ਰੱਖ ਦਿੱਤੀਆਂ। ਉਹ ਸਾਗ ਸਵਾਦ ਨਾਲ ਖਾ ਗਏ। ਉਹਨਾਂ ਨੂੰ ਸੁੱਕੀਆਂ ਤੇ ਅਲੂਣੇ ਸਾਗ ਵਿੱਚੋਂ ਸ਼ਰਧਾ ਤੇ ਪ੍ਰੇਮ ਰੂਪੀ ਅੰਮ੍ਰਿਤ ਦੇ ਘੁੱਟ ਆ ਰਹੇ ਸਨ। ਆਨੰਦ ਨਾਲ ਭੋਜਨ ਛਕਿਆ। ਬਿਦਰ ਤੇ ਸ੍ਰੀ ਕ੍ਰਿਸ਼ਨ ਜੀ ਦੇ ਸੀਤ ਪ੍ਰਸਾਦ ਨੂੰ ਜਦੋਂ ਬਿਦਰ ਦੀ ਇਸਤਰੀ ਆਪ ਖਾਣ ਲੱਗੀ ਤਾਂ ਉਸ ਨੂੰ ਪਤਾ ਲੱਗਾ ਕਿ ਝੱਲੀ ਨੇ ਲੂਣ ਹੀ ਨਹੀਂ ਪਾਇਆ। ਆਪਣੇ ਆਪ ਤੇ ਬਹੁਤ ਪਰੇਸ਼ਾਨ ਹੋਈ। ਆਪਣੇ ਹੱਥਾਂ ਨੂੰ ਧਰਤੀ ਤੇ ਮਾਰਿਆ। ਆਤਮਾ ਤੇ ਚੇਤਾ ਸ਼ਕਤੀ ਨੂੰ ਬੁਰਾ ਭਲਾ ਕਿਹਾ ਕਿ ਲੂਣ ਨਾ ਪਾਉਣ ਦੀ ਭੁੱਲ ਕਿਉਂ ਕੀਤੀ। ਪਰ ਸ੍ਰੀ ਕ੍ਰਿਸ਼ਨ ਜੀ ਨੇ ਇਹ ਗੱਲ ਨਹੀਂ ਜਿਤਾਈ। ਉਹਨਾਂ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਸੀ ਲੱਗਾ ਕਿ ਸਾਗ ਅਲੂਣਾ ਹੈ, ਕਿਉਂਕਿ ਉਹ ਵਧੀਆ ਖਾਣੇ ਖਾਣ ਨਹੀਂ ਸਨ ਆਏ। ਉਹ ਤਾਂ ਭਾਉ ਭਗਤ ਦੇ ਭੁੱਖੇ ਸਨ। ਜੇ ਸਲੂਣੇ ਵਧੀਆ 36 ਪ੍ਰਕਾਰ ਦੇ ਭੋਜਨ ਖਾਣੇ ਹੁੰਦੇ ਤਾਂ ਦੁਰਯੋਧਨ ਦੇ ਰਾਜ ਮਹਿਲਾਂ ਵਿੱਚ ਰਹਿੰਦੇ। ਸਵੇਰੇ ਉੱਠ ਕੇ ਸ੍ਰੀ ਕ੍ਰਿਸ਼ਨ ਜੀ ਧ੍ਰਿਤਰਾਸ਼ਟਰ ਦੀ ਰਾਜ ਸਭਾ ਵਿੱਚ ਸਮਝੌਤੇ ਵਾਸਤੇ ਗਏ। ਦੁਰਯੋਧਨ ਨੂੰ ਰਾਤ ਹੀ ਪਤਾ ਲੱਗ ਚੁੱਕਾ ਸੀ ਕਿ ਬਿਦਰ ਦੇ ਘਰ ਰਹੇ ਹਨ ਤੇ ਉਸ ਦੇ ਨਾਲ ਧਰਤੀ ਉੱਤੇ ਲੇਟੇ ਹਨ। ਦੁਰਯੋਧਨ ਸ੍ਰੀ ਕ੍ਰਿਸ਼ਨ ਜੀ ਨਾਲ ਸਿੱਧੇ ਮੂੰਹ ਨਾਲ ਬੋਲਿਆ ਨਹੀਂ। ਜਦੋਂ ਇਹ ਗੱਲ ਖੁੱਲ੍ਹੀ ਤਾਂ ਕਹਿਣ ਲੱਗਾ, ਕ੍ਰਿਸ਼ਨ ਜੀ, ਤੁਸਾਂ ਨੂੰ ਰਾਜ ਤਾਂ ਮਿਲ ਗਿਆ, ਪਰ ਕੰਗਾਲਾਂ ਤੇ ਗਵਾਲੀਆਂ ਵਾਲੀਆਂ ਤੁਸਾਂ ਦੀਆਂ ਆਦਤਾਂ ਨਹੀਂ ਗਈਆਂ। ਆਖਰ ਰਾਤ ਕੰਗਾਲਾਂ ਤੇ ਦਾਸੀ ਪੁੱਤਰ ਬਿਦਰ ਦੇ ਘਰ ਰਹੇ, ਮੇਰੇ ਰਾਜ ਮਹਿਲਾਂ ਵਿੱਚ ਕਿਉਂ ਨਾ ਰਹੇ। ਇਸ ਵਾਰਤਾ ਦੇ ਭਾਵ ਨੂੰ ਭਾਈ ਗੁਰਦਾਸ ਜੀ ਇਉਂ ਬਿਆਨ ਕਰਦੇ ਹਨ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਘਰ ਅਸਾਡੇ ਛੱਡ ਕੇ, ਗੋਲੇ ਦੇ ਘਰ ਜਾਏ ਕੇ ਸੁੱਤਾ। ਭੀਖ ਮਦਰਾਉਣਾ ਕਰਨ ਤਜ, ਸਭਾ ਸਿੰਗਾਰ ਵੱਡੇ ਮਨੁੱਖਾ। ਝੁੱਗੀ ਜਾਏ ਬਲਾਇਨ, ਸਭਨਾ ਦੇ ਜੀ ਅੰਦਰ ਦੁੱਖਾ। ਹੱਸ ਬੋਲੇ ਭਗਵਾਨ ਜੀ, ਸੁਣ ਹੋ ਰਾਜਾ ਹੋਏ ਸਨਮੁਖਾ। ਤੇਰੇ ਭਾਉ ਨ ਦਿਸਈ, ਮੇਰੇ ਨਾਹੀ ਅਪਦਾ ਦੁੱਖਾ। ਭਾਉ ਜਵੇਹਾ ਬਿਦਰ ਦੇ, ਹੋਰੀ ਦੇ ਚਿਤ ਚਾਉ ਨਾ ਚੁਖਾ।
ਗੋਬਿੰਦ ਭਾਓ ਭਗਤ ਦਾ ਭੁੱਖਾ। ਭਾਵ ਭਾਈ ਸਾਹਿਬ ਜੀ ਕਹਿੰਦੇ ਹਨ, ਜਦੋਂ ਦੁਰਯੋਧਨ ਨੇ ਸੁਣਿਆ ਕਿ ਬਿਦਰ ਦੇ ਘਰ ਸ੍ਰੀ ਕ੍ਰਿਸ਼ਨ ਜੀ ਰਹੇ ਹਨ ਤਾਂ ਉਹ ਬਹੁਤ ਖੁਸ਼ ਹੋ ਕੇ ਬੋਲਿਆ। ਕਹਿਣ ਲੱਗਾ, ਸਾਡਾ ਘਰ ਛੱਡ ਕੇ ਤੂੰ ਗੋਲੇ ਦਾਸ ਨੌਕਰ ਦੇ ਘਰ ਜਾ ਕੇ ਸੁੱਤਾ ਸੀ। ਵੱਡੇ ਵੱਡੇ ਸਰਦਾਰਾਂ ਭੀਸ਼ਮ ਪਿਤਾਮਾ, ਦਰੋਣਾਚਾਰੀਆ, ਕਰਨ ਤੇ ਹੋਰ ਰਾਜ ਸਭਾ ਵਿੱਚ ਬੈਠਣ ਵਾਲੇ ਮਨੁੱਖ ਸਨ। ਉਹਨਾਂ ਵਿੱਚੋਂ ਕਿਸੇ ਹੋਰ ਦੇ ਘਰ ਰਹਿ ਪੈਂਦੇ ਜੇ ਮੇਰੇ ਕੋਲ ਨਹੀਂ ਸੀ ਰਹਿਣਾ ਤਾਂ। ਸਾਰਿਆਂ ਦੇ ਦਿਲਾਂ ਵਿੱਚ ਫਿਕਰ ਤੇ ਮਾਯੂਸੀ ਸੀ ਕਿ ਕੱਖਾਂ ਦੀ ਕੁੱਲੀ ਵਿੱਚ ਕਿਉਂ ਜਾ ਕੇ ਸੁੱਤਾ ਹੈ। ਸ੍ਰੀ ਕ੍ਰਿਸ਼ਨ ਭਗਵਾਨ ਜੀ ਹੱਸ ਕੇ ਬੋਲੇ, ਹੇ ਰਾਜਾ ਦੁਰਯੋਧਨ, ਸਾਹਮਣੇ ਹੋ ਕੇ ਸੁਣ। ਤੇਰੇ ਘਰ ਤੇ ਤੇਰੇ ਹਿਰਦੇ ਵਿੱਚ ਮੈਨੂੰ ਪਿਆਰ ਤੇ ਸ਼ਰਧਾ ਨਹੀਂ ਦਿਸੀ। ਹੋਰ ਤੇਰਾ ਮੈਨੂੰ ਕੋਈ ਦੁੱਖ ਨਹੀਂ। ਜਿਹੋ ਜਿਹਾ ਪ੍ਰੇਮ ਸਤਿਕਾਰ ਬਿਦਰ ਤੇ ਹੈ, ਉਹੋ ਜਿਹਾ ਤੁਸਾਂ ਕੋਲ ਕਦੀ ਹੋ ਹੀ ਨਹੀਂ ਸਕਦਾ। ਭਾਈ ਗੁਰਦਾਸ ਜੀ ਅਖੀਰਲੇ ਚਰਨ ਵਿੱਚ ਤੱਤ ਕੱਢਦੇ ਹਨ ਕਿ ਪ੍ਰਭੂ ਤਾਂ ਪ੍ਰੇਮ ਤੇ ਭਗਤੀ ਦਾ ਭੁੱਖਾ ਹੈ, ਉਹ ਸ਼ਾਹੀ ਰੋਹਬ ਹੇਠ ਨਹੀਂ ਆ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।